जी आया नूं प्यारे विद्यार्थियों 9th क्लास ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 14 ਨੈਚੁਰਲ ਰਿਸੋਰਸਿਸ ਉਸ ਦੇ ਪੇਜ ਨੰਬਰ 196 ਦੇ ਉੱਤੇ 196 ਤੇ ਜੋ ਕੁਐਸਚਨਸ ਆਨਸਰਸ ਹੈਗੇ ਨੇ ਤਿੰਨ ਉਹ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਤਾਂ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ, ਆਨਸਰਸ ਨੂੰ ਕਾਪੀ ਡਾਊਨ ਕਰ ਲਓ ਤੇ ਮਗਰੋਂ ਦੀ ਇਹਨਾਂ ਨੂੰ ਯਾਦ ਕਰਕੇ ਬਿਨਾਂ ਦੇਖੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ। ਤੇ ਇਸੇ ਚੈਨਲ ਦੇ ਉੱਤੇ 9th ਇੰਗਲਿਸ਼, 9th ਗ੍ਰਾਮਰ, 9th ਮੈਥ ਨਾਮ ਦੀਆਂ ਪਲੇਲਿਸਟਾਂ ਵੀ ਹੈਗੀਆਂ ਹਨ। ਸੋ ਉਹਨਾਂ ਵਿੱਚ ਜਾ ਕੇ ਤੁਸੀਂ ਉਹਨਾਂ ਵਿਸ਼ਿਆਂ ਦੀ ਵੀ ਮਦਦ ਲੈ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। ਸੋ ਪਹਿਲਾ ਕੁਐਸਚਨ ਹੈ, ਹਾਊ ਇਜ਼ ਸੋਇਲ ਫਾਰਮਡ। ਜਿਹੜੀ ਮਿੱਟੀ ਹੈ ਜਿਹ 'ਚ ਅਸੀਂ ਖੇਤੀ ਕਰਦੇ ਹਾਂ, ਬੂਟੇ ਲਾਉਂਦੇ ਹਾਂ, ਜੋ ਸਾਨੂੰ ਨਜ਼ਰ ਆਉਂਦੀ ਸਾਡੇ ਆਲੇ ਦੁਆਲੇ, ਇਹ ਕਿਵੇਂ ਬਣਦੀ ਹੈ। ਸੋ ਇਸ ਦਾ ਜਵਾਬ ਹੈ, ਦੀ ਆਊਟਰ ਮੋਸਟ ਲੇਅਰ ਆਫ ਦੀ ਅਰਥ ਹੈਜ਼ ਅ ਵੈਰਾਈਟੀ ਆਫ ਮਿਨਰਲ ਨਿਊਟਰੀਐਂਟਸ ਅਸੈਂਸ਼ੀਅਲ ਟੂ ਲਾਈਫ ਫਾਰਮਸ। ਅਰਥਾਤ ਜਿਹੜੀ ਸਭ ਤੋਂ ਉੱਪਰਲੀ ਪਰਤ ਹੈਗੀ ਹੈ ਧਰਤੀ ਦੇ ਉੱਤੇ ਦੀ, ਉਹ ਸਾਰੀ ਰੌਕਸ ਹੈਗੀਆਂ ਨੇ, ਪਹਾੜੀਆਂ ਨੇ, ਪੱਥਰ ਹੈ। ਉਹਦੇ ਵਿੱਚ ਵੈਰਾਈਟੀ ਆਫ ਕਈ ਕਿਸਮ ਦੇ ਮਿਨਰਲਸ ਹੁੰਦੇ ਨੇ, ਪੌਸ਼ਟਿਕ ਤੱਤ ਹੁੰਦੇ ਨੇ, ਇਸੈਂਸ਼ੀਅਲ ਟੂ ਲਾਈਫ ਫਾਰਮਸ, ਜੋ ਜਿਹੜੀ ਆ ਜੀਵਨ ਰੂਪ ਹੈਗੇ ਨੇ ਉਹਨਾਂ ਲਈ ਅਤ ਜ਼ਰੂਰੀ ਨੇ ਜੀਵਨ ਨੂੰ ਚੱਲਦਾ ਰੱਖਣ ਲਈ। ਪਰ ਕਹਿੰਦੇ ਬਟ ਦੀਜ਼ ਮਿਨਰਲਸ ਆਰ ਬਾਉਂਡ ਅਪ ਇਨ ਹਿਊਜ ਰੌਕਸ। ਪਰ ਜਿੰਨੇ ਵੀ ਇਹ ਤੱਤ ਨੇ, ਮਿਨਰਲਸ ਨੇ, ਇਹ ਸਾਰੇ ਵੱਡੀਆਂ ਵੱਡੀਆਂ ਪਹਾੜੀਆਂ ਵਿੱਚ ਬੱਝੇ ਪਏ ਨੇ। ਤੇ ਫਿਰ ਕੀ ਹੁੰਦਾ, ਪਹਾੜੀਆਂ ਚੋਂ ਇੱਥੇ ਮਿੱਟੀ 'ਚ ਕਿੱਦਾਂ ਆਉਂਦੇ ਨੇ। ਕਹਿੰਦੇ ਓਵਰ ਥਾਊਜ਼ੈਂਡਸ ਐਂਡ ਮਿਲੀਅਨਸ ਆਫ ਈਅਰਸ, ਅਰਥਾਤ ਕਈ ਹਜ਼ਾਰ, ਕਈ ਲੱਖਾਂ ਸਾਲਾਂ ਦੇ ਦੌਰਾਨ, ਦੀ ਰੌਕਸ ਐਟ ਔਰ ਨੀਅਰ ਦੀ ਸਰਫੇਸ ਆਫ ਦੀ ਅਰਥ, ਜਿਹੜੀਆਂ ਪਹਾੜੀਆਂ ਨੇ ਧਰਤੀ ਦੇ ਤਲ ਦੇ ਉੱਤੇ ਜਾਂ ਉਹਦੇ ਤਲ ਦੇ ਲਾਗੇ, ਆਰ ਬ੍ਰੋਕਨ ਡਾਊਨ, ਉਹ ਤੋੜੀਆਂ ਜਾਂਦੀਆਂ ਹਨ, ਟੁੱਟਦੀਆਂ ਹਨ, ਕਿਰਦੀਆਂ ਹਨ, ਚੂਰ-ਭੂਰ ਹੁੰਦੀਆਂ ਹਨ, ਬਾਈ ਵੇਰੀਅਸ, ਕਈ ਕਿਸਮ ਦੇ ਫਿਜ਼ੀਕਲ, ਕੈਮੀਕਲ ਔਰ ਸਮ ਬਾਇਓਲੋਜੀਕਲ ਪ੍ਰੋਸੈਸਿਸ। ਤਿੰਨਾਂ ਨੂੰ ਯਾਦ ਕਰ ਲੈਣਾ, ਇੱਕ ਫਿਜ਼ੀਕਲ, ਕੈਮੀਕਲ ਐਂਡ ਸਮ ਬਾਇਓਲੋਜੀਕਲ ਪ੍ਰੋਸੈਸਿਸ ਫਾਰਮਿੰਗ ਦੀ ਫਾਈਨ ਪਾਰਟੀਕਲਸ ਆਫ ਸੋਇਲ। ਸੋ ਜਿਹੜੇ ਤਿੰਨ ਪ੍ਰੋਸੈਸ ਨੇ, ਫਿਜ਼ੀਕਲ, ਕੈਮੀਕਲ ਤੇ ਬਾਇਓਲੋਜੀਕਲ, ਇਹ ਕੀ ਕਰਦੇ ਨੇ, ਇਹ ਪਹਾੜੀਆਂ ਨੂੰ ਚੂਰਾ ਕਰਦੇ ਨੇ। ਉਹ ਜਿਹੜਾ ਨਿੱਕੇ ਨਿੱਕੇ ਕਣ ਹੁੰਦੇ ਨੇ, ਪਾਰਟੀਕਲਸ ਨੇ, ਉਹ ਫਿਰ ਮਿੱਟੀ ਬਣਦੇ ਨੇ। ਤੇ ਕਿਹੜੀ ਕਿਹੜੀ ਚੀਜ਼ਾਂ ਨੇ, ਦੀ ਸਨਸ ਹੀਟ। ਇਹ ਬੱਚਿਓ, ਇਹ ਇੱਥੇ ਫੁੱਲ ਸਟਾਪ ਨਹੀਂ ਲੱਗਣਾ, ਇਹ ਫੁੱਲ ਸਟਾਪ ਗਲਤੀ ਨਾਲ ਲੱਗਿਆ ਤੇ ਇਹ ਅਪੋਸਟ੍ਰੋਫੀ ਇੱਥੇ ਆਉਣਾ ਹੈ, ਇਹ ਟਾਈਪਿੰਗ ਵਿੱਚ ਮਿਸਟੇਕ ਹੋ ਗਈ ਹੈ। ਠੀਕ ਹੈ ਬੱਚਿਓ, ਇਹ ਫੁੱਲ ਸਟਾਪ ਹਟਾ ਦਿਓ ਇੱਥੋਂ ਦੀ ਤੇ ਇਹ ਅਪੋਸਟ੍ਰੋਫੀ ਐਨ ਤੋਂ ਬਾਅਦ ਲੈਣੀ ਹੈ। ਠੀਕ ਹੈ, ਬਸ ਇੰਨਾ ਤੁਸੀਂ ਗੱਲ ਕਰ ਲਓ। ਦੀ ਸਨਸ ਹੀਟ, ਵਿੰਡਸ, ਹਨੇਰੀਆਂ ਹਵਾਵਾਂ, ਵਾਟਰ ਫਰੀਜ਼ਿੰਗ, ਪਾਣੀ ਦਾ ਜੰਮਣਾ, ਬਰਫ਼ ਬਣਨਾ, ਫਲੋਇੰਗ ਵਾਟਰ, ਵਗਦਾ ਪਾਣੀ, ਐਂਡ ਆਰਗੈਨਿਜ਼ਮਸ ਲਾਈਕ ਲਾਈਕਨਸ ਐਂਡ ਮੌਸ ਦੀ ਕਾਈ ਵਰਗੀ ਜਿਹੜੀ ਜੰਮ ਜਾਂਦੀ, ਹਰੀ ਹਰੀ ਤੁਸੀਂ ਦੇਖਦੇ ਹੁੰਦੇ ਆ ਪਹਾੜੀਆਂ ਤੇ, ਕਿ ਲੱਗਾ ਹੁੰਦਾ ਹਰਾ ਜਿਹਾ, ਪਲੇ ਦੇਅਰ ਪਾਰਟ ਇਨ ਸੋਇਲ ਫਾਰਮੇਸ਼ਨ। ਠੀਕ ਹੈ ਬੱਚਿਓ, ਇਹ ਤੇ ਅਗਰ ਤੇ ਸਵਾਲ ਹੋਵੇ 2-3 ਨੰਬਰ ਦਾ, ਫਿਰ ਤੇ ਅਸੀਂ ਇੱਥੇ ਹੀ ਸਟਾਪ ਕਰ ਸਕਦੇ ਹਾਂ, ਇੰਨਾ ਲਿਖ ਸਕਦੇ ਹਾਂ। ਪਰ ਜੇ ਮੰਨ ਲਓ ਸਵਾਲ ਆ ਜਾਏ 5 ਨੰਬਰ ਦਾ, ਫਿਰ ਥੋੜਾ ਸਾਨੂੰ ਅਗਲਾ ਵਿਸਤਾਰ ਵੀ ਕਰਨਾ ਪਏਗਾ। ਸੋ ਵੀ ਮੈਂ ਨਾਲ ਐਡ ਕਰ ਦਿੱਤਾ ਹੈ। ਆਓ ਦੇਖਿਓ ਉਹ ਕਿਹੜੇ ਕਿਹੜੇ ਤਰੀਕੇ ਨੇ, ਫਿਜ਼ੀਕਲ, ਕੈਮੀਕਲ ਤੇ ਬਾਇਓਲੋਜੀਕਲ। ਠੀਕ ਹੈ, ਸੋ ਫਿਜ਼ੀਕਲ ਪ੍ਰੋਸੈਸ ਵਿੱਚ ਬੱਚਿਓ ਸਨ ਹੈਗਾ, ਵਾਟਰ ਹੈਗਾ ਤੇ ਵਿੰਡਸ ਹੈਗੀਆਂ। ਸੋ ਸਨ ਕਿੱਦਾਂ ਬਣਾਉਂਦਾ ਹੈ ਸੋਇਲ, ਧੁੱਪ ਕਿੱਦਾਂ ਬਣਾਉਂਦੀ ਹੈ। ਡਿਊਰਿੰਗ ਦੀ ਡੇ, ਦਿਨ ਦੇ ਦੌਰਾਨ, ਦੀ ਰੌਕਸ ਹੀਟ ਅਪ, ਪਹਾੜੀਆਂ ਗਰਮ ਜਾਂਦੀਆਂ, ਤਪ ਜਾਂਦੀਆਂ, ਐਂਡ ਐਕਸਪੈਂਡ, ਅਤੇ ਫੈਲਦੀਆਂ ਨੇ, ਐਂਡ ਐਟ ਨਾਈਟ, ਅਤੇ ਰਾਤੀ ਜਿਹੜੇ ਤਾਪਮਾਨ ਥੱਲੇ ਹੋ ਜਾਂਦਾ ਹੈ, ਸੂਰਜ ਡੁੱਬ ਜਾਂਦਾ ਹੈ, ਦੀਜ਼ ਰੌਕਸ ਕੂਲ ਡਾਊਨ, ਇਹ ਜਿਹੜੀਆਂ ਪਹਾੜੀਆਂ ਨੇ ਇਹ ਠਰ ਜਾਂਦੀਆਂ ਨੇ, ਠੰਡੀਆਂ ਹੋ ਜਾਂਦੀਆਂ ਨੇ, ਐਂਡ ਕੰਟਰੈਕਟ, ਤੇ ਇਸ ਕਰਕੇ ਸੁੰਗੜਦੀਆਂ ਨੇ। ਸੋ ਫੈਲਣਾ ਤੇ ਸੁੰਗੜਨਾ। ਅਨਈਵਨ, ਹੁਣ ਜਿਹੜੇ ਰੌਕਸ ਵਿੱਚ ਕਈ ਕਿਸਮ ਦੇ ਤੱਤ ਹੁੰਦੇ ਨੇ, ਪੂਰੀ ਰੌਕ ਜਿਹੜੀ ਹੈ ਉਹ ਯੂਨੀਫਾਰਮ ਨਹੀਂ ਹੁੰਦੀ, ਉਹ ਹੋਮੋਜੀਨਸ ਨਹੀਂ ਹੁੰਦੀ, ਉਹ ਹੀਟਰੋਜੀਨਸ ਹੁੰਦੀ ਹੈ। ਤੇ ਉਹਦੇ ਵਿੱਚ ਕੁਝ ਅੰਸ਼ ਜਿਹੜੇ ਨੇ ਉਹ ਜ਼ਿਆਦਾ ਫੈਲਦੇ ਨੇ, ਕੁਝ ਅੰਸ਼ ਘੱਟ ਫੈਲਦੇ ਨੇ, ਕੁਝ ਜ਼ਿਆਦਾ ਸੁੰਗੜਦੇ ਨੇ, ਕੁਝ ਘੱਟ ਸੁੰਗੜਦੇ ਨੇ। ਸੋ ਕਹਿੰਦੇ ਅਨਈਵਨ ਮੈਨੇ ਨਾ ਬਰਾਬਰ, ਐਕਸਪੈਂਸ਼ਨ ਐਂਡ ਕੰਟਰੈਕਸ਼ਨ, ਫੈਲਣਾ ਅਤੇ ਸੁੰਗੜਨਾ, ਆਫ ਡਿਫਰੈਂਟ ਪਾਰਟਸ ਆਫ ਦੀ ਰੌਕ ਕਾਜ਼ਿਜ਼ ਕ੍ਰੈਕਸ ਇਨ ਦੀ ਰੌਕਸ, ਇਹਦੇ ਨਾਲ ਤਰੇੜ ਆ ਜਾਂਦੀ ਹੈ, ਕ੍ਰੈਕਸ ਆ ਜਾਂਦੀਆਂ ਨੇ, ਐਂਡ ਦੀ ਰੌਕਸ ਬ੍ਰੇਕ ਅਪ ਇਨਟੂ ਸਮਾਲਰ ਪੀਸਿਸ, ਤੇ ਇਸ ਤਰ੍ਹਾਂ ਜਿਹੜੀਆਂ ਪਹਾੜੀਆਂ ਨੇ ਉਹ ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦੀਆਂ ਨੇ, ਵੰਡ ਜਾਂਦੀਆਂ ਨੇ। ਕਿੱਦਾਂ, ਅਨਈਵਨ ਐਕਸਪੈਂਸ਼ਨ ਐਂਡ ਕੰਟਰੈਕਸ਼ਨ ਆਫ ਡਿਫਰੈਂਟ ਪਾਰਟਸ ਆਫ ਦੀ ਰੌਕ। ਇਹ ਕੰਮ ਕਿਹਦੇ ਕਰਕੇ ਹੁੰਦਾ, ਧੁੱਪ ਕਰਕੇ ਹੁੰਦਾ। ਠੀਕ ਹੈ,
ਦੂਜਾ ਵਾਟਰ, ਪਾਣੀ ਕਿੱਦਾਂ ਆਪਣਾ ਯੋਗਦਾਨ ਪਾਉਂਦਾ ਹੈ ਪਹਾੜੀਆਂ ਤੋਂ ਮਿੱਟੀ ਬਣਾਉਣ ਵਿੱਚ। ਕਹਿੰਦੇ ਵਾਟਰ ਗੈਟਸ ਇਨਟੂ ਦੀ ਕ੍ਰੈਕਸ ਇਨ ਦੀ ਰੌਕਸ ਫਾਰਮਡ ਐਜ਼ ਅਬਵ, ਜਿਹੜੀਆਂ ਧੁੱਪ ਕਰਕੇ ਠੰਡ ਕਰਕੇ ਜਿਹੜੀਆਂ ਝਰੀਆਂ ਬਣ ਗਈਆਂ, ਕਰੈਕਸ ਬਣ ਗਈਆਂ, ਤਰੇੜਾਂ ਪੈ ਗਈਆਂ, ਉਹਨਾਂ ਵਿੱਚ ਪਾਣੀ ਚਲਾ ਜਾਂਦਾ। ਵਾਟਰ ਗੈਟਸ ਇਨਟੂ ਦੀ ਕ੍ਰੈਕਸ ਇਨ ਦੀ ਰੌਕਸ ਫਾਰਮਡ ਐਜ਼ ਅਬਵ। ਜੇ ਮੀਂਹ ਪਿਆ, ਕੋਈ ਕੰਡੈਂਸੇਸ਼ਨ ਹੋਈ, ਕੋਈ ਆਪਣਾ ਐਨ ਪੈ ਗਈ ਜਾਂ ਮਤਲਬ ਕਿ ਹੈ ਨਾ, ਤੇ ਉਹ ਪਾਣੀ ਪੈ ਗਿਆ ਉੱਤੇ ਤੇ ਪਾਣੀ ਭਰ ਗਿਆ, ਤੇ ਮੰਨ ਲਓ ਉੱਥੇ ਟੈਂਪਰੇਚਰ ਤਾਪਮਾਨ ਜਿਹੜਾ 0 ਡਿਗਰੀ ਸੈਲਸੀਅਸ ਤੋਂ ਥੱਲੇ ਚਲਾ ਗਿਆ ਜਾਂ 0 ਡਿਗਰੀ ਸੈਲਸੀਅਸ ਪਹੁੰਚ ਗਿਆ। ਇਫ ਇਟ ਫਰੀਜ਼es, ਜੇ ਪਾਣੀ ਜੰਮ ਜਾਏ, ਇਟ ਕਾਜ਼es ਦੀ ਕ੍ਰੈਕਸ ਟੂ ਵਾਈਡਨ। ਕਿਉਂ ਬੱਚਿਓ? ਕਿਉਂਕਿ ਸਾਨੂੰ ਪਤਾ ਹੈ ਕਿ ਪਾਣੀ ਜਦੋਂ ਜੰਮਦਾ ਹੈ ਉਹਦਾ ਘਨੱਤਵ, ਉਹਦੀ ਵੋਲਿਊਮ ਜ਼ਿਆਦਾ ਹੋ ਜਾਂਦੀ ਹੈ, ਪਾਣੀ ਜੰਮ ਕੇ ਫੈਲਦਾ ਹੈ, ਠੀਕ ਹੈ। ਸੋ ਇਫ ਇਟ ਫਰੀਜ਼es, ਅਗਰ ਉਹ ਪਾਣੀ ਜੰਮ ਜਾਏ, ਇਟ ਕਾਜ਼es ਦੀ ਕ੍ਰੈਕਸ ਟੂ ਵਾਈਡਨ, ਉਹ ਜਿਹੜੀਆਂ ਝਰੀਆਂ ਬਰੀਕ ਹੁੰਦੀਆਂ ਨੇ ਉਹਨਾਂ ਨੂੰ ਹੋਰ ਚੌੜਾ ਕਰ ਦਿੰਦਾ ਤੇ ਉਹਨਾਂ ਕਰੈਕ ਹੋਰ ਜ਼ਿਆਦਾ ਹੋ ਜਾਂਦੀ ਹੈ, ਇਹ ਵੀ ਕੰਮ ਕਰਦਾ ਫਰਦਰ। ਤੇ ਦੂਜੀ ਅਗਲੀ ਗੱਲ ਕਿਹੜੀ ਹੈ? ਫਲੋਇੰਗ ਵਾਟਰ, ਜਿਹੜਾ ਵਗਦਾ ਪਾਣੀ ਹੈ, ਵੀਅਰਸ ਅਵੇ ਰੌਕਸ ਓਵਰ ਲੌਂਗ ਪੀਰੀਅਡਸ ਆਫ ਟਾਈਮ। ਅਗਰ ਪਾਣੀ ਲਗਾਤਾਰ ਵਗਦਾ ਰਵੇ ਸਾਲਾਂ ਬੱਧੀ, ਤੇ ਬੱਚਿਓ ਉਹ ਵੀ ਜਿਹੜਾ ਹੈ ਰੌਕ ਦੇ ਸਰਫੇਸ ਨੂੰ ਖੋਰਦਾ ਰਹਿੰਦਾ ਹੈ। ਵੀਅਰ ਆਫ ਮੈਨੇ ਖੋਰਨਾ, ਠੀਕ ਹੈ, ਵਾਸ਼ ਡਾਊਨ, ਵੀਅਰਸ ਅਵੇ ਨੇ ਉਹਨੂੰ ਘਸਾਉਂਦਾ ਰਹਿੰਦਾ। ਸੋ ਉਹਦੇ ਵਿੱਚੋਂ ਵੀ ਬੜੇ ਬਰੀਕ ਕਣ ਜਿਹੜੇ ਨੇ ਨਿਕਲਦੇ ਰਹਿੰਦੇ ਨੇ ਪਾਣੀ ਦੇ ਨਾਲ। ਫਲੋਇੰਗ ਵਾਟਰ ਆਫਟਨ ਕੈਰੀਜ਼ ਰੌਕਸ ਡਾਊਨ ਸਟਰੀਮ, ਤੇ ਕਈ ਵਾਰ ਕੀ ਹੁੰਦਾ ਹੈ, ਜਿਹੜਾ ਪਾਣੀ ਬਹੁਤ ਤੇਜ਼ੀ ਨਾਲ ਵਗ ਰਿਹਾ ਉਹ ਨਾਲ ਛੋਟੇ ਵੱਡੇ ਦਰਮਿਆਨੇ ਪੱਥਰ ਜਿਹੜੇ ਨੇ ਉਹਦੇ ਪਹਾੜੀਆਂ ਦੇ ਟੋਟੇ, ਉਹਨਾਂ ਨੂੰ ਰੋੜ ਕੇ ਨਾਲ ਲੈ ਜਾਂਦਾ ਹੈ। ਤੇ ਜਿਹੜੇ ਰੁੜਦੇ ਨੇ ਇੱਕ ਦੂਜੇ ਨਾਲ ਰਗੜਦੇ ਨੇ, ਤੇ ਜਿਹੜੇ ਰਗੜਦੇ ਨੇ ਤੇ ਉਹਦੇ ਨਾਲ ਵੀ ਚੂਰ ਪੂਰ ਨਿਕਲਦੀ ਹੈ। ਸੋ ਦੀਜ਼ ਰੌਕਸ ਰਬ ਅਗੇਂਸਟ ਈਚ ਅਦਰ। ਇਹ ਜਿਹੜੀਆਂ ਰੌਕਸ ਨੇ ਉਹ ਜਿਹੜੇ ਪਾਣੀ ਰੇੜ ਕੇ ਜਾਂਦਾ ਹੈ ਇੱਕ ਦੂਜੇ 'ਚ ਵੱਜਦੀਆਂ ਨੇ, ਥੱਲੇ ਰਗੜਦੀਆਂ ਨੇ, ਇੱਕ ਦੂਜੇ ਨਾਲ ਰਗੜਦੀਆਂ ਨੇ। ਐਂਡ ਦੀ ਰਿਜ਼ਲਟੈਂਟ ਐਬਰੇਸ਼ਨ, ਐਬਰੇਸ਼ਨ ਮੈਨੇ ਰਗੜ, ਰਿਜ਼ਲਟੈਂਟ ਮੈਨੇ ਇਹਦੇ ਨਾਲ ਰਿੜਨ ਕਰਕੇ ਜੋ ਰਗੜ ਆਉਂਦੀ ਹੈ, ਫਾਰਮਸ ਸੋਇਲ, ਇਹ ਵੀ ਮਿੱਟੀ ਬਣਾਉਂਦੀ ਹੈ। ਵਿਚ ਦੀ ਵਾਟਰ ਟਰਾਂਸਪੋਰਟਸ, ਤੇ ਇਸ ਮਿੱਟੀ ਨੂੰ ਜਿਹੜਾ ਪਾਣੀ ਫਿਰ ਅੱਗੇ ਲੈ ਕੇ ਚਲਾ ਜਾਂਦਾ ਹੈ। ਐਂਡ ਡਿਪੋਜ਼ਿਟਸ ਫਰਦਰ ਡਾਊਨ ਇਟਸ ਪਾਥ, ਤੇ ਜਿੱਥੇ ਤੱਕ ਪਾਣੀ ਜਾਂਦਾ ਹੈ ਉਹ ਕਈ ਵਾਰ ਸਾਰੀ ਮਿੱਟੀ ਨੂੰ ਨਾਲ ਲੈ ਕੇ ਕਿੱਥੇ ਚਲਾ ਜਾਂਦਾ। ਅਸੀਂ ਬੱਚੇ ਪਿੰਡਾਂ 'ਚ ਵੀ ਦੇਖਦੇ ਜਦੋਂ ਚੋਅ ਆਉਂਦੇ ਨੇ ਤੇ ਪਹਾੜਾਂ ਦੀ ਮਿੱਟੀ ਜਿਹੜੀ ਹੈ ਕਿੰਨੇ ਮੀਲ ਦੂਰ ਤੱਕ ਅੱਗੇ ਪਿੰਡਾਂ ਵਿੱਚ ਜਾਂ ਖੇਤਾਂ ਵਿੱਚ ਅੱਗੇ ਜਾ ਕੇ ਪਹੁੰਚ ਜਾਂਦੀ ਹੈ ਜਦੋਂ ਹੜ੍ਹ ਆਉਂਦੇ ਨੇ, ਠੀਕ ਹੈ। ਸੋ ਇਸ ਤਰ੍ਹਾਂ ਪਾਣੀ ਆਪਣਾ ਯੋਗਦਾਨ ਪਾਉਂਦਾ ਹੈ। ਅੱਗੇ ਦੇਖੀਏ, ਫਿਰ ਆ ਗਿਆ ਵਿੰਡ। ਹਵਾਵਾਂ ਕਿੱਦਾਂ ਕਰਦੀਆਂ? ਲਾਈਕ ਵਾਟਰ, ਜਿਵੇਂ ਆਪਣਾ ਪਾਣੀ ਕਰਦਾ, ਇਹਦੇ ਸਟਰੋਂਗ ਵਿੰਡਸ, ਜੇ ਹਵਾ ਬਹੁਤ ਤੇ ਚੱਲੇ, ਆਲਸੋ ਵੀਅਰ ਰੌਕਸ ਡਾਊਨ, ਇਹ ਵੀ ਕੁਝ ਹੱਦ ਤੱਕ ਪਹਾੜੀਆਂ ਨੂੰ ਘਸਾਉਂਦੀਆਂ ਨੇ, ਠੀਕ ਹੈ। ਤੇ ਜਿਹੜਾ ਕੋਈ ਚੂਰ ਪੂਰ ਤੇ ਕਰੈਕਸ ਦੇ ਵਿੱਚ ਰਿਹਾ ਹੋਇਆ ਜੋ ਰੌਕਸ ਦੇ ਨਾਲ ਹੀ ਹੈਗਾ, ਲਾਗੇ ਹੈਗਾ, ਉਹਨੂੰ ਉਡਾ ਕੇ ਲੈ ਜਾਂਦੀਆਂ ਨੇ। ਦੀ ਵਿੰਡ ਆਲਸੋ ਕੈਰੀਜ਼ ਸੈਂਡ ਫਰੋਮ ਵਨ ਪਲੇਸ ਟੂ ਦੀ ਅਦਰ ਲਾਈਕ ਵਾਟਰ ਡਸ। ਜਿਵੇਂ ਪਾਣੀ ਰੋੜ ਕੇ ਲੈ ਜਾਂਦਾ ਹੈ, ਇੱਦਾਂ ਹਵਾ ਵੀ ਮਿੱਟੀ ਦੇ ਰੇਤਾ ਦੇ ਕਣਾਂ ਨੂੰ ਉਡਾ ਕੇ ਇੱਕ ਥਾਂ ਤੋਂ ਦੂਜੇ ਥਾਂ ਲੈ ਕੇ ਜਾਂਦੀ ਹੈ। ਇਹ ਸਾਰੇ ਕਾਰਨ ਸੀਗੇ ਬੱਚਿਓ ਫਿਜ਼ੀਕਲ ਕਾਰਨ, ਠੀਕ ਹੈ। ਹੁਣ ਅਸੀਂ ਦੋ ਕਾਰਨ ਦੇਖੀਏ, ਕੈਮੀਕਲ ਅਤੇ ਬਾਇਓਲੋਜੀਕਲ। ਹੁਣ ਲਿਵਿੰਗ ਆਰਗੇਨਿਜ਼ਮਸ, ਠੀਕ ਹੈ, ਇਹ ਵੀ ਕੀ ਯੋਗਦਾਨ ਪਾਉਂਦੇ ਨੇ? ਕਹਿੰਦੇ ਪਲਾਂਟ ਲਾਈਕ ਆਰਗੇਨਿਜ਼ਮਸ, ਬੂਟਿਆਂ ਵਰਗੇ ਕੁਝ ਜੀਵ ਜੰਤੂ ਹੁੰਦੇ ਨੇ ਜਿਹਨੂੰ ਲਾਈਕਨਸ, ਵਾਈਲ ਗਰੋਇੰਗ ਔਨ ਦੀ ਰੌਕ ਸਰਫੇਸਿਸ ਰਿਲੀਜ਼ ਸਰਟਨ ਸਬਸਟੈਂਸਿਸ। ਇਹ ਕੁਝ ਬੱਚਿਓ ਜੀਵ ਜੰਤੂ ਹੁੰਦੇ ਨੇ ਜਿਹਨੂੰ ਲਾਈਕਨਸ ਕਿਹਾ ਜਾਂਦਾ ਹੈ, ਤੇ ਇਹ ਆਪਣਾ ਵਸੇਬਾ ਜਿਹੜਾ ਹੈ, ਇਹ ਜਿਹੜੀਆਂ ਪਹਾੜੀਆਂ ਦੇ ਉਹਦਾ ਜੋ ਤਲ ਹੈ, ਸਰਫੇਸ ਹੈ, ਉੱਤੇ ਟਿਕ ਜਾਂਦੇ ਨੇ, ਉੱਤੇ ਵੱਧਦੇ ਫੁੱਲਦੇ ਨੇ, ਤੇ ਇਹ ਆਪਣੇ ਸਰੀਰ ਵਿੱਚੋਂ ਕੁਝ ਰਸਾਇਣ ਤੱਤ ਛੱਡਦੇ ਨੇ। ਦੇ ਰਿਲੀਜ਼ ਸਰਟਨ ਸਬਸਟੈਂਸਿਸ ਦੈਟ ਕਾਜ਼ ਰੌਕ ਸਰਫੇਸ ਟੂ ਪਾਊਡਰ ਡਾਊਨ। ਇਹ ਜਿਹੜੇ ਤੱਤ ਨੇ ਇਹ ਫਿਰ ਰੌਕ ਸਰਫੇਸ ਵਿੱਚ ਖੋਰਾ ਲਾਉਂਦੇ ਨੇ, ਉਹਦੇ ਨਾਲ ਵੀ ਨਿੱਕੇ ਨਿੱਕੇ ਕਣ ਜਿਹੜੇ ਨੇ ਪਹਾੜੀਆਂ ਦੇ ਆਪਣਾ ਕਰਕੇ ਥੱਲੇ ਡਿੱਗਦੇ ਨੇ, ਠੀਕ ਹੈ। ਐਂਡ ਫਾਰਮ ਅ ਥਿਨ ਲੇਅਰ ਆਫ ਸੋਇਲ, ਤੇ ਬੜੀ ਬਰੀਕ ਪਰਤ ਜਿਹੜੀ ਮਿੱਟੀ ਦੀ ਬਣਾਉਂਦੇ ਨੇ। ਇਹ ਹੋ ਗਿਆ ਇੱਕ ਕਿਸਮ ਦਾ ਕੈਮੀਕਲ ਕਾਰਨ। ਹੁਣ ਬਾਇਓਲੋਜੀਕਲ ਕਾਰਨ ਦੇਖੀਏ, ਦੈਨ ਅਦਰ ਸਮਾਲ ਪਲਾਂਟਸ ਲਾਈਕ ਮੌਸ ਗਰੋ ਔਨ ਦੀ ਸਰਫੇਸ। ਉਹ ਜਿਹੜੀ ਹੁਣ ਅੰਦਰੋਂ ਦੀ ਸਰਫੇਸ ਤਿਆਰ ਹੋ ਗਿਆ, ਉੱਪਰੋਂ ਦੀ ਉਹ ਸਰਫੇਸ ਪਲੇਨ ਜਿਹੜਾ ਸੀ ਉਹ ਖਿਰਬੜਾ ਹੋ ਗਿਆ, ਤੇ ਇਹਦੇ ਵਿੱਚ ਮੌਸ, ਜਿਹਨੂੰ ਅਸੀਂ ਕਾਈ ਕਹਿੰਦੇ ਨੇ, ਬੜੀ ਬਰੀਕ ਹਰੀ ਪਰਤ ਜਿਹੜੀ ਅਸੀਂ ਪੱਥਰਾਂ ਤੇ ਇੱਟਾਂ ਤੇ ਦੇਖਦੇ ਹਾਂ, ਉਹ ਜੰਮ ਜਾਂਦੀ ਹੈ। ਦੈਨ ਅਦਰ ਸਮਾਲ ਪਲਾਂਟਸ ਲਾਈਕ ਮਾਸ ਨਹੀਂ, ਮੌਸ ਹੈਗਾ, ਗਰੋ ਔਨ ਦਿਸ ਸਰਫੇਸ, ਇੱਥੇ ਉਗਦੀ ਹੈ। ਐਂਡ ਕਾਜ਼ ਦੀ ਰੌਕਸ ਟੂ ਬ੍ਰੇਕ ਅਪ ਫਰਦਰ, ਤੇ ਉਹ ਵੀ ਵਿੱਚ ਉਹਦੀਆਂ ਜੜ੍ਹਾਂ ਹੋ ਜਾਂਦੀਆਂ ਹੌਲੀ ਹੌਲੀ, ਉਹ ਵੀ ਉਹਨੂੰ ਰੌਕ ਨੂੰ ਹੋਰ ਤੋੜਦੀ ਹੈ। ਸਮਟਾਈਮਸ, ਤੇ ਕਈ ਵਾਰ ਕੀ ਹੁੰਦਾ, ਦੀ ਰੂਟਸ ਆਫ ਟਰੀਜ਼ ਐਂਟਰ ਕ੍ਰੈਕਸ ਇਨ ਦੀ ਰੌਕਸ। ਤੁਸੀਂ ਬੱਚੇ ਦੇਖਿਆ ਹੋਣਾ ਕਿ ਕੋਠੀਆਂ ਤੇ ਛੱਤਾਂ ਤੇ ਸੀਮੈਂਟ ਦੇ ਵਿੱਚ
ਪਿੱਪਲ ਦੇ ਬੂਟੇ ਉੱਗ ਜਾਂਦੇ ਨੇ, ਹੋਰ ਕਈ ਬੂਟੇ ਉੱਗ ਜਾਂਦੇ ਨੇ, ਮਿੱਟੀ ਵੀ ਨਹੀਂ ਹੁੰਦੀ ਉੱਥੇ। ਸੋ ਕਈ ਵਾਰ ਜਿੱਦਾਂ ਕੋਈ ਪੰਛੀ ਆਇਆ ਤੇ ਉਹਨੇ ਬਿੱਠ ਕੀਤੀ, ਬਿੱਠ ਦੇ ਵਿੱਚ ਕੋਈ ਬੋਹੜ ਦਾ ਬੀਜ ਸੀਗਾ, ਕੋਈ ਪਿੱਪਲ ਦਾ ਬੀਜ ਸੀ ਜਾਂ ਕਿਸੇ ਹੋਰ ਬੂਟੇ ਦਾ ਬੀਜ ਸੀ, ਉਹ ਉਸ ਕ੍ਰੈਕ ਵਿੱਚ, ਝਰੀ ਵਿੱਚ ਡਿੱਗ ਗਿਆ ਤੇ ਫਿਰ ਉਹਨੇ ਉਗਣਾ ਸ਼ੁਰੂ ਕਰਤਾ। ਕਹਿੰਦੇ ਸਮਟਾਈਮਸ ਦੀ ਰੂਟਸ ਜੜਾਂ ਆਫ ਟਰੀਜ਼ ਐਂਟਰ ਕ੍ਰੈਕਸ ਇਨ ਦੀ ਰੌਕਸ, ਤੇ ਜਿਹੜੇ ਉਹ ਜੜ ਫੈਲਦੀ ਹੈ ਉਹ ਫਿਰ ਕ੍ਰੈਕ ਨੂੰ ਹੋਰ ਵੱਡਾ ਕਰ ਦਿੰਦੀ ਹੈ। ਦੀ ਰੂਟਸ ਆਫ ਟਰੀਜ਼ ਐਂਟਰ ਕ੍ਰੈਕਸ ਇਨ ਦੀ ਰੌਕਸ, ਗਰੋ, ਵੱਡੀਆਂ ਹੁੰਦੀਆਂ ਨੇ, ਐਂਡ ਮੇਕ ਦੀ ਕ੍ਰੀਵਾਈਸਿਸ। ਕ੍ਰੀਵਾਈਸਿਸ ਬੱਚੋ ਦੂਜਾ ਨਾਮ ਹੈ ਕ੍ਰੈਕਸ ਵਾਸਤੇ। ਇਹ ਦੇਖੋ ਕ੍ਰੀਵਾਈਸ ਦਾ ਮਤਲਬ ਹੀ ਹੁੰਦਾ ਬੜੀ ਬਰੀਕ ਝਰੀ, ਬਿਗਰ, ਤੇ ਉਹ ਕ੍ਰੈਕਸ ਨੂੰ, ਝਰੀਆਂ ਨੂੰ, ਜਿਹੜੀ ਤਰੇੜ ਹੈਗੀ ਹੈ ਉਹਨੂੰ ਹੋਰ ਵੱਡਾ ਕਰ ਦਿੰਦੇ ਨੇ ਤੇ ਇਸ ਤਰ੍ਹਾਂ ਮਿੱਟੀ ਬਣਦੀ ਹੈ। ਸੋ ਬੱਚੋ ਇਹ ਬੜਾ ਇੰਪੋਰਟੈਂਟ, ਬੜਾ ਮਹੱਤਵਪੂਰਨ ਇਹ ਵਿਸ਼ਾ ਸੀਗਾ ਜਨਰਲ ਨੌਲੇਜ ਲਈ ਵੀ ਤੇ ਤੁਹਾਡੇ ਪੇਪਰਾਂ ਲਈ ਵੀ ਕਿ ਮਿੱਟੀ ਕਿਵੇਂ ਬਣਦੀ ਹੈ। ਅੱਗੇ ਚਲੀਏ, ਕੁਐਸਚਨ ਨੰਬਰ 2 ਕਹਿੰਦੇ ਵਟ ਇਜ਼ ਸੋਇਲ ਇਰੋਜਨ, ਅਰਥਾਤ ਮਿੱਟੀ ਦਾ ਖਤਮ ਹੋਣਾ, ਮਤਲਬ ਇਰੋਜਨ ਮਤਲਬ ਕਿ ਉਹਦਾ ਉੜ ਜਾਣਾ, ਖਤਮ ਹੋ ਜਾਣਾ, ਉਹ ਕੀ ਚੀਜ਼ ਹੈ। ਵਟ ਇਜ਼ ਸੋਇਲ ਇਰੋਜਨ, ਦੀ ਕੈਰੀਇੰਗ ਅਵੇ ਆਫ ਫਾਈਨ ਪਾਰਟੀਕਲਸ ਆਫ ਸੋਇਲ ਬਾਈ ਵਿੰਡਸ ਐਂਡ ਫਲੋਇੰਗ ਵਾਟਰ ਇਜ਼ ਨੋਨ ਐਜ਼ ਸੋਇਲ ਇਰੋਜਨ। ਜਿਵੇਂ ਬੱਚੋ ਪਾਣੀ ਅਤੇ ਹਵਾ ਪਹਾੜੀਆਂ ਤੋਂ ਮਿੱਟੀ ਬਣਾਉਂਦੀ ਹੈ, ਤੇ ਜਿਹੜੀ ਬਣੀ ਹੋਈ ਮਿੱਟੀ ਹੈ ਇਹਨੂੰ ਪਾਣੀ ਉਡਾ ਕੇ ਵੀ ਲਿਜਾ ਸਕਦਾ ਹੈ, ਹਵਾ ਵੀ ਉਡਾ ਕੇ ਲੈ ਸਕਦੀ ਹੈ ਤੇ ਮਾਰੂਥਲ ਬਣ ਜਾਂਦਾ ਹੈ। ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਸੋਇਲ ਇਰੋਜਨ। ਅਰਥਾਤ ਜਿਹੜੇ ਫੈਕਟਰਸ ਨੇ, ਜਿਹੜੇ ਪਾਣੀ ਨੇ, ਜਿਹੜੀ ਵਗਦੀ ਹਵਾ ਨੇ ਮਿੱਟੀ ਬਣਾਈ ਹੁੰਦੀ ਹੈ, ਕਈ ਵਾਰ ਉਹੀ ਕਾਰਨ ਬਣਦੇ ਨੇ ਉਸ ਮਿੱਟੀ ਨੂੰ ਖਤਮ ਕਰਨ ਲਈ ਵੀ। ਉਸ ਵਰਤਾਰੇ ਨੂੰ ਕਿਹਾ ਜਾਂਦਾ ਹੈ ਸੋਇਲ ਇਰੋਜਨ। ਸੋਇਲ ਇਰੋਜਨ ਮੀਨਸ ਅ ਲਾਸ ਆਫ ਅ ਵੈਲਿਊਏਬਲ ਰਿਸੋਰਸ, ਤੇ ਬੜਾ ਕੀਮਤੀ ਬੱਚੋ, ਮਿੱਟੀ ਦੇ ਵਿੱਚ ਅਸੀਂ ਸਾਰੀ ਫਸਲਾਂ ਉਗਾਉਂਦੇ ਹਾਂ, ਆਪਣਾ ਅੰਨ ਪਾਣੀ ਉਗਾਉਂਦੇ ਹਾਂ, ਸਬਜ਼ੀਆਂ ਫਲ ਉਗਾਉਂਦੇ ਹਾਂ। ਸੋ ਇਹ ਵੈਲਿਊਏਬਲ ਰਿਸੋਰਸ ਅਰਥਾਤ ਬੜਾ ਕੀਮਤੀ ਵਸੀਲਾ ਹੈ। ਜੇ ਸੋਇਲ ਇਰੋਜਨ ਹੋ ਜਾਏ ਤਾਂ ਸਾਡਾ ਬੜਾ ਲਾਸ ਹੈਗਾ, ਬਿਕੋਜ਼ ਇਫ ਆਲ ਦੀ ਸੋਇਲ ਗੈਟਸ ਵਾਸ਼ਡ ਅਵੇ, ਕਿਉਂਕਿ ਜੇ ਸਾਰੀ ਮਿੱਟੀ ਰੁੜ ਕੇ ਉੱਤੋਂ ਦੀ ਉੜ ਜਾਏ, ਹੜ੍ਹ ਲੈ ਜਾਏ ਜਾਂ ਖਤਮ ਹੋ ਜਾਏ, ਐਂਡ ਦੀ ਰੌਕਸ ਅੰਡਰਨੀਥ ਆਰ ਐਕਸਪੋਜ਼, ਤੇ ਥੱਲੇ ਫਿਰ ਕੀ ਹੋ ਜਾਏਗਾ, ਥੱਲੇ ਪਹਾੜੀਆਂ ਆ ਜਾਣਗੀਆਂ। ਵੈਰੀ ਲਿਟਲ ਵਿਲ ਗਰੋ ਔਨ ਦਾ ਰੌਕ, ਫਿਰ ਉਸ ਪਹਾੜ ਦੇ ਉੱਤੇ, ਸਖਤ ਪੱਥਰ ਦੇ ਉੱਤੇ ਕੁਝ ਵੀ ਨਹੀਂ ਉੱਗੇਗਾ। ਇਹ ਕਿਉਂ ਹੋਇਆ? ਦੀ ਲਾਰਜ ਸਕੇਲ ਡੀਫੋਰੈਸਟੇਸ਼ਨ। ਡੀਫੋਰੈਸਟੇਸ਼ਨ ਦਾ ਮਤਲਬ ਹੁੰਦਾ ਹੈ ਜੰਗਲਾਂ ਦਾ ਖਾਤਮਾ। ਡੀਫੋਰੈਸਟੇਸ਼ਨ ਮਤਲਬ ਕਿ ਜੰਗਲਾਂ ਨੂੰ ਖਤਮ ਕਰਨ ਵਾਲੀ ਕਿਰਿਆ। ਕਹਿੰਦੇ ਦੀ ਲਾਰਜ ਸਕੇਲ ਡੀਫੋਰੈਸਟੇਸ਼ਨ ਅਰਥਾਤ ਬੜੀ ਵੱਡੀ ਪੱਧਰ ਤੇ ਹੋ ਰਿਹਾ ਜਿਹੜਾ ਜੰਗਲਾਂ ਦਾ ਖਾਤਮਾ ਹੈ, ਹੈਪਨਿੰਗ ਆਲ ਓਵਰ ਦਾ ਵਰਲਡ, ਸਾਰੀ ਦੁਨੀਆ ਜੋ ਹੋ ਰਿਹਾ ਹੈ, is causing a lot of soil erosion। ਇਹਦੇ ਕਰਕੇ ਬੜੀ ਵੱਡੀ ਪੱਧਰ ਤੇ soil erosion ਹੋ ਰਿਹਾ ਹੈ। It is because without vegetation, ਕਿਉਂਕਿ ਜੇ ਬੂਟੇ ਨਹੀਂ ਰਹਿਣਗੇ, vegetation ਦਾ ਮਤਲਬ ਹੈ ਹਰਿਆਲੀ, ਦੀ ਟੌਪ soil ਜਿਹੜੀ ਉੱਪਰਲੀ ਢਿੱਲੀ ਮਿੱਟੀ ਹੈ is likely to be removed very quickly, ਕਿਉਂਕਿ ਜਿਹੜੀਆਂ ਜੜ੍ਹਾਂ ਨੇ ਬੂਟਿਆਂ ਦੀਆਂ ਉਹ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਨੇ, ਉਹ ਫਿਰ ਹਨੇਰੀ ਵੀ ਆਵੇ, ਹੜ੍ਹ ਵੀ ਆਵੇ, ਉਹ ਮਿੱਟੀ ਰੁੜ ਕੇ ਨਹੀਂ ਜਾਂਦੀ। ਪਰ ਜੇ ਉੱਥੇ ਬੂਟੇ ਨਹੀਂ ਹੋਣਗੇ, ਜੰਗਲ ਨਹੀਂ ਹੋਏਗਾ, ਤੇ ਉੱਪਰਲੀ ਮਿੱਟੀ ਜਦੋਂ ਹੜ੍ਹ ਆਏਗਾ, ਹਨੇਰੀ ਆਏਗੀ, ਉਹ ਸਾਰੀ ਮਿੱਟੀ ਉੜ ਕੇ ਚਲੀ ਜਾਏਗੀ। ਸੋ ਇਸ ਤਰ੍ਹਾਂ ਹੁੰਦਾ ਸੋਇਲ ਇਰੋਜਨ। ਅਗਲੇ ਚਲੀਏ, ਹੁਣ ਆ ਗਿਆ 3, ਇਹਦੇ ਨਾਲ ਹੀ ਜੁੜਿਆ ਕੁਐਸਚਨ 2 ਦਾ, ਉਹਦੇ ਨਾਲ ਜੁੜਿਆ ਹਿੱਸਾ ਹੈ। ਕਹਿੰਦੇ ਵਟ ਆਰ ਦੀ ਮੈਥਡਸ ਆਫ ਪ੍ਰੀਵੈਂਟਿੰਗ ਔਰ ਰਿਡਿਊਸਿੰਗ ਸੋਇਲ ਇਰੋਜਨ, ਅਰਥਾਤ ਸੋਇਲ ਇਰੋਜਨ ਨੂੰ ਘਟਾਉਣ ਦੇ ਜਾਂ ਰੋਕਣ ਦੇ ਕਿਹੜੇ ਢੰਗ ਤਰੀਕੇ ਹਨ। ਸੋ ਅਸੀਂ 4 ਤਰੀਕੇ ਲਿਖੇ ਬੱਚਿਓ। ਦੀ ਮੈਥਡਸ ਆਫ ਪ੍ਰੀਵੈਂਟਿੰਗ ਔਰ ਰਿਡਿਊਸਿੰਗ ਸੋਇਲ ਇਰੋਜਨ ਆਰ, ਇੱਕ ਹੈਗਾ ਏਫੋਰੈਸਟੇਸ਼ਨ। ਏਫੋਰੈਸਟੇਸ਼ਨ ਹੈਗਾ ਬੱਚੋ ਡੀਫੋਰੈਸਟੇਸ਼ਨ ਦਾ ਉਲਟਾ। ਡੀਫੋਰੈਸਟੇਸ਼ਨ ਹੁੰਦਾ ਜੰਗਲ ਨੂੰ ਖਤਮ ਕਰਨਾ, ਤੇ ਏਫੋਰੈਸਟੇਸ਼ਨ ਹੁੰਦਾ ਜੰਗਲ ਨੂੰ ਬਣਾਉਣਾ, ਜੰਗਲ ਤਿਆਰ ਕਰਨਾ। ਅਰਥਾਤ ਕਨਵਰਟਿੰਗ ਬੈਰਨ, ਬੈਰਨ ਹੁੰਦੀ ਹੈ ਬੰਜਰ, ਲੈਂਡ ਇਨਟੂ ਅ ਫੋਰੈਸਟ, ਅਰਥਾਤ ਜਿਹੜੀਆਂ ਜ਼ਮੀਨਾਂ ਬੰਜਰ ਪਈਆਂ ਨੇ ਉੱਤੇ ਸਾਨੂੰ ਕੀ ਕਰਨਾ ਚਾਹੀਦਾ, ਉਹਨੂੰ ਜੰਗਲ ਦਾ ਰੂਪ ਦੇਣਾ ਚਾਹੀਦਾ ਹੈ ਤਾਂ ਕਿ ਮਿੱਟੀ ਬੱਝੀ ਰਵੇ, ਸੋਇਲ ਇਰੋਜਨ ਨਾ ਹੋਵੇ। ਤੇ ਦੂਜੀ ਗੱਲ, ਜਿੱਥੇ ਜੰਗਲ ਹਾਲੇ ਨਹੀਂ ਵੀ ਹੈਗੇ ਪਰ ਅਸੀਂ ਪਲਾਂਟ ਆਪਣੇ ਬੂਟੇ ਵੱਢੀ ਜਾ ਰਹੇ ਹਾਂ, ਪਲਾਂਟਿੰਗ ਆਫ ਟਰੀਜ਼, ਬੂਟੇ ਜ਼ਿਆਦਾ ਲਾਏ ਜਾਣ, ਐਂਡ ਚੈਕਿੰਗ ਕਟਿੰਗ ਡਾਊਨ ਆਫ ਦੈਮ, ਤੇ ਜਿਹੜੇ ਵੱਢੇ ਜਾ ਰਹੇ ਨੇ ਉਹਨਾਂ ਨੂੰ ਕੰਟਰੋਲ ਵਿੱਚ ਲਿਆਇਆ ਜਾਵੇ, ਉਹਨੂੰ ਬੇਹਿਸਾਬਾ ਬੇਤਰਤੀਬੇ ਢੰਗ ਨਾਲ ਨਾ ਕੱਟਿਆ ਜਾਵੇ। ਇਹ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ ਵੀ ਇੱਕ ਬੂਟਾ ਲੱਗਣ ਨੂੰ, ਵਧਣ ਨੂੰ ਇੰਨਾ ਟਾਈਮ ਲੱਗਦਾ ਹੈਗਾ, ਤੇ ਕੁਝ ਬੂਟੇ ਜਿਹੜੇ ਸਿਰਫ ਬਿਜ਼ਨਸ ਲਈ ਹੁੰਦੇ ਨੇ, ਕਮਾਈ ਲਈ ਕਿਸਾਨ ਕਰਦੇ ਨੇ, ਜਿੱਦਾਂ ਸਫੇਦਾ ਹੋ ਗਿਆ, ਪੋਪੂਲਰ ਹੋ ਗਿਆ, ਉਹਦਾ ਵੀ ਕੋਈ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਬੂਟੇ ਵੱਢੀ ਜਾਓ ਤੇ ਬੂਟੇ ਲਾਓ ਨਾ। ਸੋ ਪਲਾਂਟਿੰਗ ਆਫ ਟਰੀਜ਼, ਬੂਟੇ ਲਾਣੇ ਚਾਹੀਦੇ ਨੇ, ਐਂਡ ਚੈਕਿੰਗ ਕਟਿੰਗ ਡਾਊਨ ਆਫ ਦੈਮ, ਤੇ ਜਿਹੜੇ ਬੂਟੇ ਵੱਢੇ ਜਾ ਰਹੇ ਨੇ ਉਹਨਾਂ ਤੇ ਕੰਟਰੋਲ ਕਰਨਾ। ਤੇ ਦੂਜੀ ਗੱਲ, ਕਵਰਿੰਗ ਟੌਪ ਸੋਇਲ ਵਿਦ ਵੈਜੀਟੇਸ਼ਨ, ਜਿਹੜੀਆਂ ਜ਼ਮੀਨਾਂ ਉੱਦਾਂ ਹੀ ਪਈਆਂ ਨੇ, ਮਤਲਬ ਕਿ ਉਹ 'ਤੇ ਖੇਤੀਬਾੜੀ ਵੀ ਨਹੀਂ ਹੋ ਰਹੀ, ਉਹ ਟੌਪ ਸੋਇਲ 'ਤੇ ਕੋਈ ਨਾ ਕੋਈ ਵੈਜੀਟੇਸ਼ਨ, ਘਾਹ ਜਾਂ ਕੋਈ ਇੱਦਾਂ ਦਾ ਲਾਉਣਾ ਚਾਹੀਦਾ ਹੈ, ਐਸਪੈਸ਼ਲੀ ਇਨ ਹਿੱਲੀ ਏਰੀਆਜ਼, ਖਾਸ ਤੌਰ 'ਤੇ ਪਹਾੜੀ ਇਲਾਕਿਆਂ ਵਿੱਚ, ਕਿਉਂਕਿ ਜਦੋਂ ਮੀਂਹ ਪੈਂਦਾ ਹੈ ਤੇ ਰੁੜ ਕੇ ਆਉਂਦਾ ਤੇ ਸਾਰੀ ਉੱਪਰਲੀ ਮਿੱਟੀ ਜਿਹੜੀ ਹੈ ਉਹ ਰੁੜ ਕੇ ਨਾਲ ਥੱਲੇ ਚਲ ਜਾਂਦੀ ਹੈ। ਤੇ ਡੂਇੰਗ ਟੈਰਿਸ ਫਾਰਮਿੰਗ ਔਨ ਸਲੋਪਿੰਗ ਫੀਲਡਸ, ਜਿੱਥੇ ਜਿਹੜੇ ਖੇਤ ਹੈਗੇ ਨੇ ਉਹ ਢਾਲ ਵਾਲੇ ਨੇ,
ਉੱਤੇ ਟੈਰਿਸ ਫਾਰਮਿੰਗ ਜਿਹੜੀ ਹੈ ਉਹਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਸੋ ਐਸੀ ਪਿਆਰੇ ਵਿਦਿਆਰਥੀਓ 3 ਸਵਾਲ ਤੁਹਾਡੇ ਚੈਪਟਰ ਦੇ ਅੰਦਰਲੇ, ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।